यहोवा दा हथ मेरे उत्ते सी ਉਹ ਮੈਨੂੰ ਪਰਮੇਸ਼ਵਰ ਯਹੋਵਾ ਦੀ ਆਤਮਾ ਦੇ ਵਿੱਚ ਬਾਹਰ ਲੈ ਗਿਆ ਉਸ ਨਗਰ ਉਸ ਬਾਦੀ ਦੇ ਵਿੱਚ ਲੈ ਕੇ ਗਿਆ ਜਿਹੜੀਆਂ ਹੱਡੀਆਂ ਦੇ ਨਾਲ ਭਰੀ ਹੋਈ ਸੀ। ਮੈਨੂੰ ਉੱਥੇ ਪਰਮੇਸ਼ਵਰ ਨੇ ਉਤਾਰ ਦਿੱਤਾ ਮੈਨੂੰ ਪਰਮੇਸ਼ਵਰ ਨੇ ਹਿਜਕੀਏਲ ਕਹਿੰਦਾ ਕਿ ਮੈਨੂੰ ਪਰਮੇਸ਼ਵਰ ਨੇ ਉਹਨਾਂ ਹੱਡੀਆਂ ਦੇ ਆਲੇ ਦੁਆਲੇ ਮੈਨੂੰ ਫਰਾਇਆ ਘੁਮਾਇਆ ਅਤੇ ਵੇਖੋ ਇੱਕ ਮਿੰਟ ਫਿਰ ਦੁਬਾਰਾ ਪੜਿਓ। ਉਸ ਬਾਦੀ ਦੇ ਮੂੰਹ ਦੇ ਉੱਤੇ ਬਹੁਤ ਸਾਰੀਆਂ ਸਨ ਤੇ ਵੇਖੋ ਉਹ ਬਹੁਤ ਸੁੱਕੀਆਂ ਹੋਈਆਂ ਸਨ। ਉਹਨਾਂ ਹੱਡੀਆਂ ਨੇ ਮੇਥੋਂ ਪੁੱਛਿਆ ਇਹ ਆਦਮੀ ਦੇ ਪੁੱਤਰ ਇਹ ਹੱਡੀਆਂ ਜੀ ਸਕਦੀਆਂ ਹਨ? ਇਹ ਜਿਹੜੀਆਂ ਹੱਡੀਆਂ ਨੇ ਇਹ ਜਿਉਂਦੀਆਂ ਹੋ ਸਕਦੀਆਂ ਨੇ? ਹੁਣ ਮੇਰੀਓ ਪਿਆਰਿਓ ਭੈਣੋ, ਹਿਜਕੀਏਲ ਖੁਦਾ ਦਾ ਬੰਦਾ ਕਹਿੰਦਾ ਕਿ ਯਹੋਵਾ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਯਹੋਵਾ ਦੇ ਆਤਮਾ ਵਿੱਚ ਬਾਹਰ ਲੈ ਆਇਆ, ਬਾਹਰ ਲੈ ਗਿਆ ਅਤੇ ਉਸ ਵਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ। ਕਿਹੜੀ ਵਾਦੀ ਦੇ ਵਿੱਚ ਪਰਮੇਸ਼ਵਰ ਆਪਣੇ ਦਾਸ ਨੂੰ ਲੈ ਗਿਆ ਜਿਹੜੀਆਂ ਹੱਡੀਆਂ ਦੇ ਨਾਲ ਭਰੀ ਹੋਈ ਸੀ। ਉਹਨਾਂ ਦੇ ਉੱਪਰ ਆਤਮਾ ਨਹੀਂ ਸੀ, ਉਹਨਾਂ ਦੇ ਉੱਪਰ ਕੋਈ ਮਾਸ ਨਹੀਂ ਸੀਗਾ। ਹੁਣ ਮੈਂ ਤੁਹਾਨੂੰ ਦੱਸਦਾ ਮੇਰੀਓ ਪਿਆਰਿਓ ਭੈਣੋ, ਅੱਜ ਜਿੰਨੇ ਵੀ ਪ੍ਰਭੂ ਯਿਸੂ ਤੋਂ ਦੂਰ ਹਨ, ਪ੍ਰਭੂ ਦੇ ਵਚਨ ਤੋਂ ਦੂਰ ਹਨ, ਪ੍ਰਭੂ ਜੀ ਦੇ ਕਲਾਮ ਤੋਂ ਦੂਰ ਹਨ, ਪ੍ਰਭੂ ਦੀ ਬਾਣੀ ਨਹੀਂ ਸੁਣਦੇ, ਪ੍ਰਭੂ ਦੇ ਹੁਕਮ ਦੀ ਪਾਲਣਾ ਨਹੀਂ ਕਰਦੇ, ਪ੍ਰਭੂ ਦਾ ਕਹਿਣਾ ਨਹੀਂ ਮੰਨਦੇ, ਉਹ ਸੁੱਕੀਆਂ ਹੋਈਆਂ ਹੱਡੀਆਂ ਨੇ। ਤੇ ਹੱਡੀਆਂ ਜਿਹੜੀਆਂ ਨੇ ਨਾ ਉਹ ਚੱਲ ਨਹੀਂ ਸਕਦੀਆਂ। ਹੱਡੀਆਂ ਜਿਹੜੀਆਂ ਨੇ ਇਹਦਾ ਮਤਲਬ ਹੈ ਕਿ ਉਹ ਮਰੇ ਹੋਏ ਨੇ। ਉਹ ਕੌਣ ਨੇ? ਮਰੇ ਹੋਏ ਨੇ। ਤੇ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਕੋਈ ਮਰਿਆ ਰਵੇ, ਕੋਈ ਨਗਰ ਹੱਡੀਆਂ ਬਣ ਜਾਏ, ਕੋਈ ਨਗਰ ਮਰਿਆ ਰਵੇ, ਕਿਉਂਕਿ ਪ੍ਰਭੂ ਮਾਰਨ ਵਾਸਤੇ ਨਹੀਂ ਆਇਆ, ਜਿਵਾਉਣ ਵਾਸਤੇ ਆਇਆ। ਪ੍ਰਭੂ ਜੀਵਨ ਦੇਣ ਵਾਸਤੇ ਆਇਆ। ਪ੍ਰਭੂ ਯਿਸੂ ਮਸੀਹ ਕੀ ਕਰਨ ਵਾਸਤੇ ਆਇਆ? ਜੀਵਨ ਦੇਣ ਵਾਸਤੇ ਆਇਆ। ਮੇਰੀਓ ਪਿਆਰਿਓ ਭੈਣੋ, ਮੈਂ ਇੱਕ ਵਚਨ ਬਾਰ-ਬਾਰ ਬੋਲਦਾ ਹੁੰਨਾ, ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਏਗਾ, ਜਿਹੜੀ ਕਿ ਉਹ ਬਚ ਜਾਏਗਾ। ਮੰਨਣਾ ਨਾ ਮੰਨਣਾ ਉਹ ਤੁਹਾਡੀ ਆਪਣੀ ਇੱਛਾ ਹੈ, ਉਹ ਤੁਹਾਡੀ ਆਪਣੀ ਮਰਜ਼ੀ ਆ। ਪਰ ਤੁਸੀਂ ਜੇ ਅਗਰ ਚਾਹੁੰਦੇ ਹੋ ਕਿ ਸਾਡੀਆਂ ਹੱਡੀਆਂ ਦੇ ਵਿੱਚ ਜਾਨ ਆ ਜਾਏ, ਸਾਡੀਆਂ ਜਿਹੜੀਆਂ ਸੁੱਕ ਗਈਆਂ ਹੱਡੀਆਂ ਇਹ ਹਰੀਆਂ ਭਰੀਆਂ ਹੋ ਜਾਣ, ਸਾਡਾ ਜੀਵਨ ਹਰਾ ਭਰਾ ਹੋ ਜਾਏ, ਸਾਡਾ ਘਰ ਬਚ ਜਾਏ, ਮੇਰੇ ਬੱਚੇ, ਸਾਡਾ ਪਰਿਵਾਰ ਜੋ ਹੱਡੀਆਂ ਦਾ ਕੰਗਾਲ ਬਣ ਚੁੱਕਾ, ਉਹਨਾਂ ਹੱਡੀਆਂ ਦੇ ਉੱਤੇ ਪਵਿੱਤਰ ਮਾਸ ਆ ਜਾਏ। ਤੇ ਮੇਰੀਓ ਪਿਆਰਿਓ ਭੈਣੋ, ਮਾਸ ਉਦੋਂ ਆਉਂਦਾ ਆ ਜਦੋਂ ਕਿ ਖਾਂਦੇ ਆ, ਖੁਰਾਕ ਖਾਂਦੇ ਆ। ਕਿਹੜੀ ਚੀਜ਼ ਖਾਧੀ ਜਾਂਦੀ ਆ? ਖੁਰਾਕ, ਰੋਟੀ। ਤੇ ਪ੍ਰਭੂ ਯਿਸੂ ਕਹਿੰਦਾ ਜੀਵਨ ਦੀ ਰੋਟੀ ਤੇ ਮੈਂ ਆ, ਹੈਨਾ? ਜੀਵਨ ਦੀ ਰੋਟੀ ਤੇ ਯਿਸੂ ਆ।
ਤੇ ਜਿੰਨਾ ਚਿਰ ਅਸੀਂ ਯਿਸੂ ਨੂੰ ਖਾਂਦੇ ਨਹੀਂ ਨਾ, ਉਹਨਾਂ ਚਿਰ ਸਾਡੀਆਂ ਹੱਡੀਆਂ ਦੇ ਉੱਤੇ ਮਾਸ ਆ ਸਕਦਾ ਨਹੀਂ ਹੈ, ਉਹਨਾਂ ਚਿਰ ਅਸੀਂ ਬਚ ਨਹੀਂ ਸਕਦੇ। ਅਗਰ ਤੁਸੀਂ ਚਾਹੁੰਦੇ ਹੋ ਨਾ ਕਿ ਮੈਂ ਜੀਵਨ ਮਿਲ ਜਾਏ ਮੈਨੂੰ, ਯਿਸੂ ਮਸੀਹ ਆਏ ਨੇ ਤੇ ਜੀਵਨ ਦੇਣ ਦੇ ਲਈ ਆਏ ਨੇ। ਮੁਕਤੀ ਦੇ ਮਾਲਕ ਨੇ, ਉਹ ਮੁਕਤੀ ਦੇਣ ਵਾਸਤੇ ਆਏ ਨੇ। ਕਿਉਂਕਿ ਆਕਾਸ਼ ਦੇ ਹੇਠਾਂ, ਤੁਸੀਂ ਬੋਲ ਸਕਦੇ ਹੋ, ਸਾਰੇ ਬੋਲੋ, ਆਕਾਸ਼ ਦੇ ਹੇਠਾਂ ਇਹਨਾਂ ਮਨੁੱਖਾਂ ਵਿੱਚ ਕੋਈ ਦੂਸਰਾ ਨਾਮ ਨਹੀਂ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਬਚਾਏ ਜਾਣਾ। ਇਦਾਂ ਨਹੀਂ, ਉੱਚੀ ਆਵਾਜ਼ ਦੇ ਨਾਲ ਬੋਲਣਾ, ਜਿਸ ਦੇ ਦੁਆਰਾ ਅਸੀਂ ਬਚਾਏ ਜਾਣਾ। ਕਿਉਂਕਿ ਬਚਾਓ ਜਿਹੜਾ ਆ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆ। ਇਹ ਮੈਂ ਨਹੀਂ ਕਹਿੰਦਾ, ਇਹ ਬਾਈਬਲ ਦੇ ਵਿੱਚ ਲਿਖਿਆ ਕਿ ਮੁਕਤੀ ਕਿਸੇ ਦੂਸਰੇ ਦੇ ਕੋਲ ਹੈਗੀ। ਕਿਉਂਕਿ ਮੁਕਤੀ ਦਾ ਪ੍ਰਚਾਰ ਇਹ ਯਿਸੂ ਮਸੀਹ ਦੇ ਜਿਹੜੇ ਲੋਕ ਨੇ, ਯਿਸੂ ਮਸੀਹ ਅੱਜ ਤੋਂ 2022 ਸਾਲ ਪਹਿਲੇ ਹੀ ਮੁਕਤੀ ਦਾ ਕੀ ਕਰਦੇ ਸੀ? ਪ੍ਰਚਾਰ ਕਰਦੇ ਸੀ। ਔਰ ਚਮਤਕਾਰ ਕਰਦੇ ਸੀ। ਕੀ ਕਰਦੇ ਸੀ? ਲੰਗੜੇ ਚਲਾਉਂਦੇ ਸੀ, ਕੋੜੀਆਂ ਨੂੰ ਸੁੱਧ ਕਰਦੇ ਸੀ, ਮੁਰਦਿਆਂ ਨੂੰ ਕੀ ਕਰਦੇ ਸੀ? ਜੀਵਤ ਕਰਦੇ ਸੀ। ਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਲੋਕਾਂ ਦੇ ਵਿੱਚ ਕੀ ਪਾ ਦਿੱਤਾ? ਆਪਣਾ ਆਤਮਾ ਪਾ ਦਿੱਤਾ। ਤੇ ਪ੍ਰਭੂ ਯਿਸੂ ਜੀ ਕਹਿੰਦੇ ਨੇ, ਜਦੋਂ ਤੁਸੀਂ ਉੱਪਰੋਂ ਸ਼ਕਤੀ ਪਾਵੋਗੇ ਫਿਰ ਤੁਸੀਂ ਇਕੱਲੇ ਯਰੂਸ਼ਲਮ ਦੇ ਨਹੀਂ ਸਿਗੋਂ ਪੂਰੀ ਦੁਨੀਆ ਦੇ ਕੀ ਹੋਵੋਗੇ? ਤੁਸੀਂ ਗਵਾਹ ਹੋਵੋਗੇ। ਪੂਰੀ ਦੁਨੀਆ ਦੇ ਕੀ ਹੋਵੋਗੇ? ਤੁਸੀਂ ਮੇਰੇ ਗਵਾਹ। ਕਦੋਂ? ਜਦੋਂ ਤੁਸੀਂ ਉੱਪਰੋਂ ਸ਼ਕਤੀ ਪਾਓਗੇ। ਜਿੰਨਾ ਚਿਰ ਅਸੀਂ ਉੱਪਰੋਂ ਸ਼ਕਤੀ ਨਹੀਂ ਨਾ ਪਾਉਂਦੇ, ਤੇ ਯਿਸੂ ਮਸੀਹ ਨੇ ਇਹ ਕਿਹਾ, ਮੇਰੇ ਤੋਂ ਵੀ ਤੁਸੀਂ ਵੱਡੇ ਵੱਡੇ ਕੰਮ ਕਰੋਗੇ। ਹੁਣ ਵੱਡੇ ਵੱਡੇ ਕੰਮ ਯਿਸੂ ਦੇ ਦਾਸ ਲੋਕ ਕਰ ਰਹੇ ਨੇ। ਹੁਣ ਸੁੱਕੀਆਂ ਹੱਡੀਆਂ, ਜਿੱਥੇ ਜਿੱਥੇ ਵੀ ਸੁੱਕੀਆਂ ਹੱਡੀਆਂ ਨੇ, ਜਿਨ੍ਹਾਂ ਦੇ ਕੋਲ ਯਿਸੂ ਦੀ ਰੋਟੀ ਨਹੀਂ ਪਹੁੰਚੀ, ਖੁਰਾਕ ਨਹੀਂ ਨਾ ਪਹੁੰਚੀ, ਉੱਥੇ ਉੱਥੇ ਖੁਦਾ ਦੇ ਦਾਸ ਜਾ ਰਹੇ ਨੇ। ਕਿਉਂਕਿ ਖੁਦਾ ਦੇ ਦਾਸਾਂ ਨੂੰ ਪ੍ਰਭੂ ਨੇ ਕਿਹਾ ਹੈ ਕਿ ਜਾਓ ਜਾ ਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਕੀ ਕਰੋ? ਪ੍ਰਚਾਰ ਕਰੋ। ਬਿਮਾਰਾਂ ਦੇ ਉੱਤੇ ਹੱਥ ਰੱਖੋ, ਬਿਮਾਰ ਚੰਗੇ ਹੋਣਗੇ, ਭੂਤਾਂ ਦੇ ਸਤਾਏ ਆਜ਼ਾਦ ਹੋ ਜਾਣਗੇ। ਪਰ ਮੇਰੇ ਨਾਮ ਦੇ ਕਾਰਨ ਬਹੁਤ ਸਾਰੀਆਂ ਕੌਮਾਂ ਤੁਹਾਡਾ ਕੀ ਕਰਨਗੀਆਂ? ਵਿਰੋਧ ਕਰਨਗੀਆਂ। ਪਰ ਘਬਰਾਉਣਾ ਨਹੀਂ, ਮੈਂ ਕੀ ਰਵਾਂਗਾ? ਤੁਹਾਡੇ ਨਾਲ ਰਵਾਂਗਾ। ਮੇਰੀਓ ਪਿਆਰਿਓ ਭੈਣੋ, ਹੁਣ ਤੁਸੀਂ ਆਈਆਂ ਨੇ ਇੱਥੇ, ਕਿਸੇ ਨੂੰ ਪੈਸੇ ਥੋੜਾ ਦਿੱਤੇ ਜਾ ਰਹੇ ਸੀ। ਕੋਈ ਚੈਲੰਜ ਤੇ ਕਰੇ, ਕਿਸੇ ਦਾ ਕੋਈ ਧਰਮ ਥੋੜਾ ਬਦਲਣ ਵਾਸਤੇ। ਯਿਸੂ ਮਸੀਹ ਬਦਲਦਾ ਤੇ ਜੀਵਨ ਬਦਲਦਾ ਹੈ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, YouTube ਦੇ ਉੱਤੇ ਬੋਲਦੇ ਨੇ, ਆਓ ਬੰਦਗੀਆਂ ਦੇ ਵਿੱਚ ਸਾਡੇ ਕੋਲ ਆਓ, ਅਸੀਂ ਬੁਲਾਉਂਦੇ ਤੁਹਾਨੂੰ, ਆਓ ਦੇਖੋ ਯਿਸੂ ਦੇ ਕੰਮ। ਜੇ ਤੁਹਾਡਾ ਵੀ ਕੋਈ ਮਰੀਜ਼ ਆ, ਜਾਂ ਫਿਰ ਸਾਨੂੰ ਲੈ ਜਾਓ ਉੱਥੇ, ਆਪਣੇ ਸਤਸੰਗ ਚ ਲੈ ਕੇ ਜਾਓ। ਪਾਸਟਰ ਨਰੂਲਾ ਜੀ ਨੂੰ ਲੈ ਲਓ, ਮੈਨੂੰ ਵੀ ਲੈ ਲਓ, ਉਹੀ ਆਤਮਾ ਮੇਰੇ ਕੋਲ।
यीशु मसीह ने जो क्या है वो होना है। यीशु ने क्या हर गोडा झुकेगा, ते हर गोडा झुकेगा ही झुकेगा जो कोई मर्जी कर ले, क्योंकि बाणी च लिखिया ये वचन सत्य ते पूरी तरह मनन दे जोग आ। लिखिया धरती टल सकती है, आकाश भी टल सकता है, पर मेरे मुंह दे कहे हुए शब्द कदे भी टलणगे नहीं। जो प्रभु ने क्या दिता वो क्या दिता। यीशु दियां लोकां ने कराती डांडा डांड ये होनी आ, अजे तो शुरुआत आ। होनी डर गए, होनी डर लगा पिया। इन्ने लोग गिरे हुए ने कि पैसे लैके धर्म, मैनू तो किसी ने पैसे दिते नहीं। बोलो हालेलुया। मेरियो प्यारियो भैनों, आज भी प्रभु वड्डे वड्डे काम करता, जुगो जगंतर तक प्रभु की करता ही रहेगा। जिथे जिथे भी सुक्कियां हड्डियां ने ना, उथे उथे मेरियो प्यारियो भैनों, खुदा अपने दासां नूं लैके जाएगा और जा रहा है, कोई रोक नहीं सकता। बाइबल दे विच लिखिया कौन तेरी समर्थ दे के खलो सकदा, कौन तेरे के खड़ सकदा कि आकाश की धरती यो तेरे हत्थां दी बनाई हुई किया। ओदे हत्थां दी बनाई हुई धरती, ओदे हत्थां दी बनाया होया आकाश, इंसान भी ओदे हत्थां दा बनाया होया, और परमेश्वर दे अगे कोई भी खड़ सकदा नहीं है। मेरियो प्यारियो भैनों, इथे खुदा दा बंदा हिजकियल की कहंदा, पढ़ दो जरा कर। अते उसने मेरे कोलों पुछया, हे आदमी दे पुत्र, ये हड्डियां जी सकदियां? मैं आख्या, हे मेरे प्रभु यहोवा, तू इन्हां हड्डियां नूं जानदा है। खुदा दे बंदे ने कहा कि हे पिता मेरे प्रभु, तू इन्हां नूं जानदा है, तू इन्हां हड्डियां नूं पहचानदा है, क्योंकि तू इन्हां हड्डियां नूं बनाया, तू अपना आत्मा इहदे विच पाया, पर तेनू भुल के तेनू छड्ड के ते अपनी मर्जी दे भगवान बनाउण करके, प्रभु बनाउण करके ये सुक गईयां ने। पर प्रभु नहीं चाहता कि कोई हुण सुक्या रवे। ताली बजा दो एक बार यीशु के नाम में। हुण बोलो हालेलुया। पढ़ 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 बेटा। फिर उस मैनू आख्या, तू हुण की कर, इन्हां हड्डियां दे उत्ते गम वाच, इन्हां नूं ए आख, हे सुक्की हड्डियो, यहोवा अपने परमेश्वर दा, जिसने तुहानू ते मैनू बनाया, जिसने तुहानू ए धरती ते खास दिता, उस दी बाणी सुनो, ओदे हुक्मां दी पालना करो, ओदा नाम लो। फिर की होया? प्रभु यहोवा इन्हां हड्डियां दी क्यों फरमांदा है? प्रभु यीशु मसीह परमेश्वर आऊं फरमांदा है, वेखो मैं हुण तुहाडे अंदर आत्मा पा दवांगा,
ਤੁਸੀਂ ਜਿਉਂਦੀਆਂ ਹੋ ਜਾਓਗੀਆਂ, ਤੁਸੀਂ ਹੁਣ ਜੀਵਨ ਪਾ ਲਓਗੀਆਂ। ਮੈਂ ਹੁਣ ਤੁਹਾਡੇ ਉੱਤੇ ਆਪਣਾ ਆਤਮਾ ਪਾਉਂਗਾ, ਤੇ ਜਦੋਂ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਪਾ ਦਊਂਗਾ ਤੇ ਤੁਸੀਂ ਜੀਵਤ ਹੋ ਜਾਓਗੀਆਂ, ਤੁਸੀਂ ਜਿਉਂਦੇ ਹੋ ਜਾਓਗੇ, ਤੁਸੀਂ ਬਚ ਜਾਓਗੇ, ਤੁਸੀਂ ਨਰਕ ਦੀ ਅੱਗ ਤੋਂ ਬਚੋਗੇ, ਤੁਸੀਂ ਨਰਕ 'ਚ ਨਹੀਂ ਜਾਓਗੇ। ਹੁਣ ਤੁਸੀਂ ਸਵਰਗ ਵਾਲੇ ਬਣ ਜਾਓਗੇ। ਹੁਣ ਮੈਂ ਤੁਹਾਡੇ ਤੇ ਆਤਮਾ ਪਾਵਾਂਗਾ ਤੇ ਤੁਸੀਂ ਹੋਰ ਦੇ ਹੋਰ ਹੋ ਜਾਓਗੇ। ਬੋਲੋ ਹਾਲੇਲੂਇਆ। ਪਰਮੇਸ਼ਵਰ ਨੇ ਕਿਹਾ ਕਿ ਹੁਣ ਇਹਨਾਂ ਸੁੱਕੀਆਂ ਹੱਡੀਆਂ ਦੇ ਕੋਲ ਜਾ ਤੇ ਇਹਨਾਂ ਨੂੰ ਆਪ ਕਿ ਮੈਂ ਤੁਹਾਡੇ ਤੇ ਆਪਣਾ ਆਤਮਾ ਪਾਉਂਗਾ ਤੇ ਤੁਸੀਂ ਸੁੱਕੀਆਂ ਹੱਡੀਆਂ ਨਹੀਂ ਰਹੋਗੀਆਂ, ਤੁਸੀਂ ਕਮਜ਼ੋਰ ਨਹੀਂ ਰਹੋਗੇ, ਤੁਸੀਂ ਬਿਮਾਰ ਨਹੀਂ ਰਹੋਗੇ, ਤੁਸੀਂ ਪਰੇਸ਼ਾਨ ਨਹੀਂ ਰਹੋਗੇ, ਤੁਸੀਂ ਦੁਖੀ ਨਹੀਂ ਰਹੋਗੇ, ਤੁਸੀਂ ਲੜਾਈਆਂ ਝਗੜਿਆਂ 'ਚ ਨਹੀਂ ਰਹੋਗੇ। ਹੁਣ ਤੁਸੀਂ ਰਹੋਗੇ ਤੇ ਸ਼ਾਂਤੀ ਪਾਏ ਹੋਏ ਲੋਕ ਰਹੋਗੇ ਤੇ ਸਵਰਗ ਦੇ ਵਿੱਚ ਰਹੋਗੇ ਤੇ ਤੁਸੀਂ ਹੁਣ ਮੇਰੇ ਨਾਲ ਮੇਰੇ ਕੋਲ ਰਹੋਗੇ। ਬੋਲੋ ਹਾਲੇਲੂਇਆ। ਮੇਰੀਓ ਪਿਆਰਿਓ ਭੈਣੋ, ਅੱਜ ਖੁਦਾ ਦੇ ਲੋਕ ਜਿੱਥੇ ਜਿੱਥੇ ਵੀ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਨਗਰ ਦੇ ਵਿੱਚ ਖੁਦਾ ਦਾ ਵਚਨ ਨਹੀਂ ਪਹੁੰਚਿਆ, ਜਿੱਥੇ ਜਿੱਥੇ ਉਹ ਰੋਟੀ ਨਹੀਂ ਪਹੁੰਚੀ, ਜਿੱਥੇ ਜਿੱਥੇ ਲੋਕ ਕਮਜ਼ੋਰ ਨੇ, ਜਿੱਥੇ ਜਿੱਥੇ ਲੋਕ ਸੁੱਕ ਗਏ ਨੇ, ਹੱਡੀਆਂ ਪਿੰਜਰ ਬਣ ਗਏ ਨੇ, ਉਹਨਾਂ ਦੇ ਕੋਲ ਖੁਦਾ ਦਾ ਆਤਮਾ ਆਪਣੇ ਦਾਸਾਂ ਨੂੰ ਲੈ ਕੇ ਜਾ ਰਿਹਾ ਤੇ ਉਹ ਸੁੱਕੀਆਂ ਹੱਡੀਆਂ ਹੁਣ ਚੱਲਣਾ ਸ਼ੁਰੂ ਕਰ ਰਹੀਆਂ ਨੇ। ਹੁਣ ਉਹ ਹੱਡੀਆਂ ਜਕਾਰੇ ਮਾਰ ਰਹੀਆਂ ਨੇ, ਉਹ ਹੁਣ ਹੱਡੀਆਂ ਯਿਸੂ ਦੀ ਗਵਾਹੀ ਦੇ ਰਹੀਆਂ ਨੇ, ਉਹ ਹੱਡੀਆਂ ਹੁਣ ਯਿਸੂ ਦੇ ਪਿੱਛੇ ਚੱਲ ਰਹੀਆਂ ਨੇ, ਕਿਉਂਕਿ ਉਹਨਾਂ ਹੱਡੀਆਂ ਦੇ ਵਿੱਚ ਪਵਿੱਤਰ ਆਤਮਾ ਆ ਚੁੱਕਾ ਹੈ। God praise the Lord every part. Compassion is our primary power. Holy kindly comprovose. ਮੇਰੀਓ ਪਿਆਰਿਓ ਭੈਣੋ, ਜਦੋਂ ਤੁਹਾਡੇ ਤੇ ਆਤਮਾ ਆ ਜਾਏਗਾ, ਜਦੋਂ ਤੁਸੀਂ ਖੁਦਾ ਦਾ ਵਚਨ ਸੁਣੋਗੀਆਂ, ਜਦੋਂ ਤੁਸੀਂ ਖੁਦਾ ਦੇ ਵਚਨਾਂ ਤੇ ਚੱਲੋਗੇ ਤੇ ਤੁਸੀਂ ਹੋਰ ਦੇ ਹੋਰ ਹੋ ਜਾਓਗੇ ਤੇ ਤੁਸੀਂ ਜਿੱਥੇ ਪ੍ਰਭੂ ਆ ਉੱਥੇ ਚਲੇ ਜਾਓਗੇ। ਤੁਸੀਂ ਧਰਤੀ ਦੇ ਨਹੀਂ ਰਹੋਗੇ, ਤੁਸੀਂ ਰਾਹ ਦੇ ਸਵਾਮੀ ਨਹੀਂ, ਤੁਸੀਂ ਤੁਰ ਦੇ ਸਵਾਮੀ ਬਣ ਜਾਓਗੇ, ਤੁਸੀਂ ਤੁਰ ਤੱਕ ਜਾਓਗੇ, ਤੁਸੀਂ ਤੀਸਰੇ ਤੇ ਪਹੁੰਚ ਜਾਓਗੇ ਤੇ ਤੁਹਾਡੀ ਦੁਆ, ਤੁਹਾਡੀ ਪ੍ਰਾਰਥਨਾ, ਤੁਹਾਡੀ ਬੰਦਗੀ, ਤੁਹਾਡੀ ਸਾਧਨਾ, ਤੁਹਾਡਾ ਰਹਿਣਾ, ਤੁਹਾਡਾ ਬਹਿਣਾ ਤੀਸਰੇ ਤੇ ਹੋ ਜਾਏਗਾ। ਕੰਪੈਸ਼ਨਿਸਮੈਂਟ ਕੋ ਤੁਸੀਂ ਪ੍ਰਭੂ ਵਾਲੇ ਬਣ ਜਾਓਗੇ। हे ਸੁੱਕਿਓ ਹੱਡੀਓ, ਖੁਦਾ ਦਾ ਵਚਨ ਸੁਣੋ। हे ਸੁੱਕਿਓ ਹੱਡੀਓ, ਜਿੱਥੇ ਜਿੱਥੇ ਵੀ ਹੋ, ਜਿਹੜੇ ਦੇਸ਼ ਵਿੱਚ ਵੀ ਹੋ, ਖੁਦਾ ਦਾ ਵਚਨ ਸੁਣੋ। ਖੁਦਾ ਦਾ ਆਤਮਾ ਤੁਹਾਡੇ ਘਰਾਂ ਵਿੱਚ, ਤੁਹਾਡੇ ਪਰਿਵਾਰਾਂ ਵਿੱਚ ਆਏਗਾ ਤੇ ਉਹ ਆਤਮਾ ਤੁਹਾਡੇ ਵਿੱਚ ਜਾਨ ਪਾ ਦੇਗਾ, ਜਾਨ ਪੈ ਜਾਏਗੀ। ਤੁਸੀਂ ਚਾਹੁੰਦੇ ਹੋ ਕਿ ਸਾਡੇ 'ਚ ਜਾਨ ਪੈ ਜਾਏ, ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਵਰਗ ਵਾਲੇ ਹੋ ਜਾਈਏ ਤੇ ਯਿਸੂ ਦੇ ਕੋਲ ਆਓ। ਯਿਸੂ ਤੁਹਾਡੀ ਜਾਤ ਨਹੀਂ ਬਦਲੇਗਾ, ਯਿਸੂ ਤੁਹਾਡੀ ਕੌਮ ਨਹੀਂ ਬਦਲੇਗਾ, ਤੁਹਾਡੇ ਘਰਾਂ ਨੂੰ ਬਦਲੇਗਾ ਤੇ ਤੁਹਾਡੇ ਪਰਿਵਾਰਾਂ ਨੂੰ ਬਦਲੇਗਾ ਤੇ ਤੁਹਾਡੇ ਬੱਚਿਆਂ ਨੂੰ ਬਦਲੇਗਾ। ਉਹ ਨਸ਼ਿਆਂ 'ਚ ਨਹੀਂ ਹੋਣਗੇ, ਉਹ ਬਿਮਾਰੀ 'ਚ ਨਹੀਂ ਪੈਣਗੇ, ਉਹ ਬੁਰੀ ਸੰਗਤ 'ਚ ਨਹੀਂ ਜਾਣਗੇ ਤੇ ਸਿੱਧੇ ਯਿਸੂ ਦੇ ਨਾਲ ਸਵਰਗ 'ਚ ਜਾਣਗੇ। ਮੇਰੀਓ ਪਿਆਰਿਓ ਭੈਣੋ, ਯਿਸੂ ਦਾ ਹੁਕਮ ਮੰਨੋ, ਪ੍ਰਭੂ ਦੇ ਵਚਨਾਂ ਤੇ ਚੱਲੋ। ਜਿਸ ਦਿਨ ਤੁਸੀਂ ਵਚਨਾਂ ਤੇ ਚੱਲਣ ਲੱਗ ਪਏ, ਉਸ ਦਿਨ ਲੜਾਈਆਂ ਤੁਹਾਡੇ ਅੰਦਰੋਂ ਜਾਂਦੀਆਂ, ਝਗੜੇ ਤੁਹਾਡੇ ਅੰਦਰੋਂ ਜਾਣਗੇ, ਕਿਉਂਕਿ ਯਿਸੂ ਲੜਾਈ ਕਰਨ ਨਹੀਂ, ਲੜਾਈਆਂ ਮੁਕਾਉਣ ਆਇਆ, ਝਗੜੇ ਮੁਕਾਉਣ ਆਇਆ, ਕਿਰਪਾਨ ਚਲਾਉਣ ਨਹੀਂ। ਯਿਸੂ ਮਸੀਹ ਉਹ ਜੀਵ ਚਲਾਉਣ ਆਇਆ, ਉਹ ਪਿਆਰ ਵਧਾਉਣ ਆਇਆ। ਯਿਸੂ ਮਸੀਹ ਉਸ ਅੱਜ ਤੋਂ 2022 ਤੋਂ ਯਿਸੂ ਮਸੀਹ
ਮੇਰੀਓ ਪਿਆਰਿਓ ਭੈਣੋ, ਤੁਹਾਨੂੰ ਕਹਿੰਦਾ ਕਿ हे ਸੁੱਕਿਓ ਹੱਡੀਓ, ਪਰਮੇਸ਼ਵਰ ਦਾ ਵਚਨ ਸੁਣੋ। ਅੱਜ ਵਚਨ ਸੁਣਨ ਦੀ ਜ਼ਰੂਰਤ ਹੈ। ਵਚਨ ਸੁਣੋਗੀਆਂ ਤੇ ਤੁਸੀਂ ਸੁੱਕੀਆਂ ਨਹੀਂ ਰਹੋਗੀਆਂ, ਤੁਸੀਂ ਹਾਏ ਹਾਏ ਨਹੀਂ ਕਰੋਗੇ, ਤੁਹਾਡਾ ਹਾਏ ਹਾਏ ਬੰਦ ਹੋ ਜਾਏਗਾ। ਤੁਸੀਂ ਹਾਏ ਹਾਏ ਨਹੀਂ, ਤੁਸੀਂ ਹਾਲੇਲੂਇਆ 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 ਕਰੋਗੇ। ਤੁਸੀਂ ਕਮਜ਼ੋਰ ਨਹੀਂ, ਤੁਸੀਂ ਕੁੱਬੇ ਹੋ ਕੇ ਨਹੀਂ, ਤੁਸੀਂ ਸਿੱਧੇ ਹੋ ਕੇ ਯਿਸੂ ਦੇ ਵੱਲ ਚਲੇ ਜਾਓਗੇ। ਖੁਦਾ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਦੇਗਾ। ਕਰੇ ਪ੍ਰਭੂ ਦਾ ਧੰਨਵਾਦ ਕਰੀਏ, ਕਰੀਏ ਕਰੀਏ ਧੰਨਵਾਦ ਜਿੰਨਾ ਵੀ ਕੀਤਾ ਜਾਂਦਾ ਹੈ। ਕਰੀਏ ਕਰੀਏ ਉੱਚੀ ਆਵਾਜ਼ ਦੇ ਨਾਲ ਪ੍ਰਭੂ ਦਾ ਧੰਨਵਾਦ ਕਰੀਏ।